ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਹਰਭਜਨ ਸਿੰਘ ਕੋਮਲ ਦੁਆਰਾ ਰਚਿਤ ਕਵਿਤਾ ਚਿੜੀਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਹਰਭਜਨ ਸਿੰਘ ਕੋਮਲ ਹਰਿਆਣਾ ਦੇ ਪ੍ਰਮੁੱਖ ਕਵੀਆਂ ਦੇ ਵਿੱਚ ਨਿਵੇਕਲਾ ਸਥਾਨ ਰੱਖਦੇ ਹਨ। ਉਹਨਾਂ ਦੁਆਰਾ ਰਚਿਤ ਕਵਿਤਾ ਚਿੜੀਆਂ ਜੋ ਹੈ ਇੱਕ ਪ੍ਰਤੀਕਾਤਮਕ ਕਵਿਤਾ ਹੈ। ਅਸਲ ਦੇ ਵਿੱਚ ਚਿੜੀਆਂ ਜੋ ਹਨ ਉਹ ਇੱਕ ਲੋਕ ਸਮੂਹ ਦਾ ਪ੍ਰਤੀਕ ਹਨ। ਭਾਵ ਜਿਸ ਤਰ੍ਹਾਂ ਚਿੜੀ ਇੱਕ ਭੋਲਾ ਭਾਲਾ ਪਰਿੰਦਾ ਹੈ, ਠੀਕ ਇਸੇ ਤਰ੍ਹਾਂ ਸਮਾਜ ਦੇ ਲੋਕ ਜਿਹੜੇ ਹਨ ਉਹਨਾਂ ਦੇ ਭੋਲੇਪਨ ਜਿਸ ਸਦਕਾ ਹੀ ਜਿਹੜੇ ਸ਼ੋਸ਼ਣਕਾਰੀ ਸ਼ਕਤੀਆਂ ਨੇ ਉਹਨਾਂ ਦਾ ਵਿਨਾਸ਼ ਕਰਦੀਆਂ ਹਨ। ਜਿਸ ਤਰ੍ਹਾਂ ਚਿੜੀਆਂ ਜੋ ਹਨ ਉਹ ਖੂੰਖਾਰ ਪਰਿੰਦਿਆਂ ਦਾ ਸ਼ਿਕਾਰ ਛੇਤੀ ਬਣ ਜਾਂਦੀਆਂ ਹਨ, ਠੀਕ ਇਸੇ ਤਰ੍ਹਾਂ ਜੋ ਖੂੰਖਾਰ ਮਾਨਸਿਕਤਾ ਵਾਲੇ ਲੋਕ ਨੇ ਉਹ ਸਮਾਜ ਦੀ ਭੋਲੀ ਭਾਲੀ ਜਨਤਾ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਜਿਸ ਬਾਰੇ ਕਵੀ ਨੇ ਜੋ ਹੈ ਇੱਕ ਆਪਣੇ ਮਨ ਦੇ ਭਾਵ ਸਾਂਝੇ ਕੀਤੇ ਹਨ ਕਿ ਚਿੰਤਾ ਪ੍ਰਗਟ ਕੀਤੀ ਹੈ ਅਸਲ ਦੇ ਵਿੱਚ ਕਿ ਸੋਚਦਾ ਹਾਂ, ਕਵੀ ਕਹਿ ਰਿਹਾ ਕਿ ਮੈਂ ਸੋਚਦਾ ਹਾਂ ਕਿ ਇਸ ਸਮਾਜ ਦੇ ਵਿੱਚ ਇੱਕ ਚਿੜੀ ਦਾ ਰੰਗ ਗੋਰਾ, ਭਾਵ ਕੁਝ ਲੋਕ ਜਿਹੜੇ ਨੇ ਉਹ ਗੋਰੀ ਚਮੜੀ ਵਾਲੇ ਹਨ, ਇੱਕ ਚਿੜੀ ਦਾ ਰੰਗ ਕਾਲਾ, ਕੁਝ ਚਿੱਟੀ ਚਮੜੀ ਵਾਲੇ ਲੋਕ ਹਨ, ਕੁਝ ਕਾਲੀ ਚਮੜੀ ਵਾਲੇ ਲੋਕ ਹਨ। ਲਹਿ ਲਹਾਉਂਦੇ ਬਾਗ ਅੰਦਰ ਸਾਰੀਆਂ ਚਿੜੀਆਂ ਦੀ ਰੌਣਕ। ਪਰ ਕਵੀ ਕਹਿ ਰਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਮਨੁੱਖ ਦਾ ਜਾਤ, ਧਰਮ, ਰੰਗ ਜਾਂ ਨਸਲ ਕੀ ਹੈ। ਅਸਲ ਦੇ ਵਿੱਚ ਸਮਾਜ ਦੇ ਵਿੱਚ ਰੌਣਕ ਜਿਹੜੀ ਹੈ ਲੋਕਾਂ ਦੇ ਨਾਲ ਹੈ, ਉਹ ਭਾਵੇਂ ਕਿਸੇ ਵੀ ਧਰਮ, ਜਾਤ, ਨਸਲ ਜਾਂ ਕੌਮ ਦੇ ਹੋਣ। ਚਹਿਚਹਾਉਂਦੇ ਮੌਸਮਾਂ ਨੂੰ ਸਿਰਫ ਚਿੜੀਆਂ ਦਾ ਸਹਾਰਾ। ਜਿਸ ਤਰ੍ਹਾਂ ਕੁਦਰਤ ਜੋ ਹੈ ਉਸ ਦੀ ਰੌਣਕ ਜਿਹੜੀ ਹੈ ਚਿੜੀਆਂ ਦੇ ਨਾਲ, ਪਰਿੰਦਿਆਂ ਦੇ ਨਾਲ, ਪੰਛੀਆਂ ਦੇ ਨਾਲ ਹੁੰਦੀ ਹੈ, ਠੀਕ ਇਸੇ ਤਰ੍ਹਾਂ ਸਮਾਜ ਦੀ ਰੌਣਕ ਵੀ ਜਿਹੜੀ ਹੈ ਉਹ ਲੋਕ ਸਮੂਹਾਂ ਉੱਤੇ ਆਧਾਰਿਤ ਹੈ। ਉਹ ਤਾਂ ਬੂਟਾ ਭਾਗ ਵਾਲਾ ਜਿਸ ਦੇ ਉੱਤੇ ਬਹਿਣ ਚਿੜੀਆਂ। ਕਵੀ ਕਹਿ ਰਿਹਾ ਕਿ ਉਹ ਕੋਈ ਭਾਗਾਂ ਵਾਲਾ ਰੁੱਖ ਹੁੰਦਾ ਹੈ ਜਿਸ ਦੇ ਉੱਤੇ ਚਿੜੀਆਂ ਬੈਠਦੀਆਂ ਹਨ, ਪੜਾਅ ਕਰਦੀਆਂ ਹਨ, ਹੱਸਦੀਆਂ ਹਨ, ਖੇਡਦੀਆਂ ਹਨ, ਉਡਾਰੀਆਂ ਮਾਰਦੀਆਂ ਹਨ ਔਰ ਰੌਣਕਾਂ ਲਾਉਂਦੀਆਂ ਹਨ। ਫਲ ਵੀ ਤਾਂ ਉਸੇ ਦਾ ਮਿੱਠਾ ਜਿਸ ਦੇ ਉੱਤੇ ਰਹਿਣ ਚਿੜੀਆਂ, ਔਰ ਉਸ ਬੂਟੇ ਦਾ ਫਲ ਵੀ ਜ਼ਿਆਦਾ ਮਿੱਠਾ ਹੁੰਦਾ ਹੈ ਕਿਉਂਕਿ ਚਿੜੀਆਂ ਦੇ ਭਾਗਾਂ ਨੂੰ ਜੋ ਹੈ ਉਸ ਮਿੱਠੇ ਦਾ ਬੂਟੇ ਦਾ ਫਲ ਵੀ ਜ਼ਿਆਦਾ ਮਿੱਠਾ ਹੁੰਦਾ ਹੈ। ਜਿਸ ਬੂਟੇ 'ਤੇ ਚਿੜੀਆਂ ਦਾ ਬਸੇਰਾ ਹੁੰਦਾ ਹੈ, ਨਿਵਾਸ ਹੁੰਦਾ ਹੈ, ਉਸ ਰੁੱਖ ਨੂੰ ਜੋ ਹੈ ਭਾਗ ਲੱਗ ਜਾਂਦੇ ਹਨ, ਰੌਣਕ ਹੁੰਦੀ ਹੈ ਉੱਥੇ ਚਿੜੀਆਂ ਦੀ ਚਹਿਚਹਾਟ ਸਦਕਾ। ਇੱਕ ਦੂਜੇ ਸੰਗ ਮਸਤੀ, ਇੱਕ ਦੂਜੇ ਸਿਉ ਕਲੋਲਾਂ, ਫਲਾਂ ਨੂੰ ਵੀ ਚੁੰਝਾਂ ਮਾਰਨ, ਆਪੋ ਵਿੱਚ ਵੀ ਖੈਨ ਚਿੜੀਆਂ। ਕਿਉਂਕਿ ਚਿੜੀਆਂ ਜਿਹੜੀਆਂ ਰੁੱਖ ਦੇ ਉੱਤੇ ਆਪਸ ਦੇ ਵਿੱਚ ਮਸਤੀ ਕਰਦੀਆਂ ਹਨ, ਇੱਕ ਦੂਸਰੇ ਸੰਗ ਪਿਆਰ ਕਲੋਲਾਂ ਕਰਦੀਆਂ ਹਨ, ਚੁੰਝਾਂ ਮਾਰਦੀਆਂ ਹਨ, ਲੜਦੀਆਂ ਹਨ, ਝਗੜਦੀਆਂ ਹਨ, ਖਹਿੰਦੀਆਂ ਹਨ, ਠੀਕ ਇਸੇ ਤਰ੍ਹਾਂ ਇਸ ਸਮਾਜ ਰੂਪੀ ਰੁੱਖ ਦੇ ਵਿੱਚ ਉੱਤੇ ਰਹਿੰਦੇ ਹੋਏ ਵੰਨ ਸੁਵੰਨੇ ਧਰਮਾਂ, ਜਾਤਾਂ ਜਾਂ ਨਸਲਾਂ ਦੇ ਲੋਕ ਨੇ ਉਹ ਭਾਵੇਂ ਆਪਸ ਦੇ ਵਿੱਚ ਲੜਦੇ ਹਨ, ਝਗੜਦੇ ਹਨ, ਪਰ ਇਸ ਦੇ ਬਾਵਜੂਦ ਵੀ ਉਹ ਇੱਕ ਹਨ। ਨਾ ਦਿਲਾਂ ਵਿੱਚ ਸਾੜ ਰੱਖਣ, ਨਾ ਦਿਲਾਂ ਵਿੱਚ ਅੱਗ ਬਾਲਣ, ਚਹਿਚਹਾ ਕੇ ਚੁੰਝ ਮਾਰਨ, ਚਹਿਚਹਾ ਕੇ ਸਹਿਣ ਚਿੜੀਆਂ। ਕਿਉਂਕਿ ਪਰਿੰਦੇ ਜਿਹੜੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਕੋਈ ਈਰਖਾ ਦਾ ਜਾਂ ਸਾੜਾ ਨਹੀਂ ਹੁੰਦਾ, ਨਾ ਉਹਨਾਂ ਦੇ ਦਿਲਾਂ ਦੇ ਵਿੱਚ ਨਫ਼ਰਤਾਂ ਦੀ ਅੱਗ ਹੁੰਦੀ ਹੈ। ਔਰ ਚਹਿਚਹਾ ਕੇ ਚੁੰਝ ਮਾਰਨ, ਉਹ ਖੁਸ਼ੀ ਦੇ ਵਿੱਚ ਵੀ ਵੇਲੇ ਵੀ ਇੱਕ ਦੂਜੇ ਦੇ ਨਾਲ ਜੋ ਹੈ ਮਿਲ ਕੇ ਖੁਸ਼ੀ ਮਾਣਦੇ ਹਨ। ਚਹਿਚਹਾ ਕੇ ਸਹਿਣ ਚਿੜੀਆਂ ਅਤੇ ਇੱਕ ਦੂਜੇ ਦੇ ਜੋ ਰਸ ਕਹਿੰਦੇ ਰੋਸੇ ਹਨ, ਨਾਰਾਜ਼ਗੀਆਂ ਹਨ, ਉਹਨਾਂ ਨੂੰ ਵੀ ਜੋ ਹੈ ਸਹਿ ਲੈਂਦੇ ਹਨ। ਲਹਿ ਲਹਾਉਂਦੇ ਮੌਸਮ ਨੂੰ ਸਿਰਫ ਚਿੜੀਆਂ ਦਾ ਸਹਾਰਾ। ਕਿਉਂਕਿ ਇਹ ਕੁਦਰਤ ਕਾਇਨਾਤ ਜਿਹੜੀ ਹੈ ਉਹ ਵੰਨ ਸੁਵੰਨੇ ਪਰਿੰਦਿਆਂ ਦੇ ਨਾਲ ਹੀ ਖੇੜਾ ਜਾਂ ਖੁਸ਼ੀਆਂ ਸਦਕਾ ਭਰਪੂਰ ਰਹਿੰਦੀ ਹੈ। ਠੀਕ ਇਸੇ ਤਰ੍ਹਾਂ ਸਮਾਜ ਜੋ ਹੈ ਇਸ ਦੀ ਰੌਣਕ ਵੀ ਜਿਹੜੀ ਹੈ ਲੋਕਾਂ ਦੀ ਵੰਨ ਸੁਵੰਨਤਾ ਦੇ ਵਿੱਚ ਹੀ ਹੈ। ਕਿਉਂਕਿ ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਵੰਨ ਸੁਵੰਨੇ ਧਰਮਾਂ, ਜਾਤਾਂ, ਨਸਲਾਂ, ਰੰਗਾਂ, ਰੂਪਾਂ ਦੇ ਜਦੋਂ ਲੋਕ ਰਹਿੰਦੇ ਹਨ ਅਤੇ ਉਹਨਾਂ ਦੇ ਧਰਮ ਵੱਖਰੇ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਜਦੋਂ ਕੋਈ ਨਫ਼ਰਤ ਨਹੀਂ ਹੈ, ਇੱਕ ਦੂਸਰੇ ਦੇ ਨਾਲ ਰਲ ਕੇ ਹੱਸਦੇ ਹਨ, ਖੇਡਦੇ ਹਨ, ਬਹਿੰਦੇ ਹਨ, ਠੱਠੇ ਖੇੜੇ ਵੀ ਕਰਦੇ ਹਨ, ਇੱਕ ਦੂਸਰੇ ਦੇ ਨਾਲ ਗਿਲੇ ਸ਼ਿਕਵੇ ਵੀ ਹਨ, ਗੁੱਸੇ ਗਿਲੇ ਵੀ ਹਨ, ਪਰ ਉਹ ਫਿਰ ਜੋ ਹੈ ਵਕਤ ਪੈਣ 'ਤੇ ਇੱਕ ਹੋ ਜਾਂਦੇ ਹਨ। ਕਿਉਂਕਿ ਸਮਾਜ ਰੂਪੀ ਰੁੱਖ ਦੀ ਰੌਣਕ ਜਿਹੜੀ ਹੈ ਉਹ ਲੋਕ ਸਮੂਹਾਂ ਦੇ ਨਾਲ ਹੀ ਹੈ। ਸੋਚਦਾ ਹਾਂ
ਕੁਝ ਫਲਾਂ ਦੀ ਪਰਵਰਿਸ਼ ਲਈ ਕੌਣ ਇਹਨਾਂ ਨੰਨੀਆਂ ਚਿੜੀਆਂ ਤਾਈਂ ਸ਼ਿਸ਼ਕਾਰਦਾ ਹੈ। ਜਿੱਥੇ ਕਵੀ ਨੇ ਪ੍ਰਸ਼ਨ ਚਿੰਨ੍ਹ ਖੜਾ ਕੀਤਾ ਹੈ ਕਿ ਸੋਚਦਾ ਹਾਂ ਕਿ ਉਹ ਕੌਣ ਹੈ, ਕਿਹੜੀ ਉਹ ਸ਼ੋਸ਼ਣਕਾਰੀ ਸ਼ਕਤੀ ਹੈ, ਕਿਹੜੀ ਉਹ ਧਿਰ ਹੈ ਜਿਹੜੀ ਇਹਨਾਂ ਲੋਕਾਂ ਨੂੰ, ਚਿੜੀਆਂ ਰੂਪੀ ਲੋਕਾਂ ਨੂੰ ਜੋ ਹੈ ਸ਼ਿਸ਼ਕਾਰ ਕੇ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੰਦੀ ਹੈ, ਇੱਕ ਦੂਸਰੇ ਦੇ ਖਿਲਾਫ ਜੋ ਹੈ ਖੜਾ ਕਰ ਦਿੰਦੀ ਹੈ। ਲਹਿ ਲਹਾਂਦੇ ਬਾਗ ਅੰਦਰ ਕੌਣ ਕੁੱਤਾ ਪਾਲਦਾ ਹੈ। ਫਿਰ ਕਵੀ ਕਹਿ ਰਿਹਾ ਹੈ ਕਿ ਕੌਣ ਹੈ ਜੋ ਇਸ ਲਹਿਰਾਉਂਦੇ ਹੋਏ ਸਮਾਜ ਰੂਪੀ ਬਾਗ ਦੇ ਅੰਦਰ ਕੁੱਤੇ ਪਾਲਦਾ ਹੈ। ਕੁੱਤਾ ਜੋ ਹੈ ਜੋ ਕਿ ਸ਼ੋਸ਼ਣ ਕਰਦਾ ਹੈ, ਕਿਹੜੀ ਉਹ ਧਿਰ ਹੈ, ਕਿਹੜੀ ਉਹ ਸ਼ਕਤੀ ਹੈ ਜਿਹੜੇ ਸ਼ਿਕਾਰੀ ਕੁੱਤਿਆਂ ਨੂੰ ਪਾਲਦੀ ਹੈ। ਭਾਵ ਜਿਹੜੇ ਜਨਤਾ ਦਾ ਘਾਣ ਕਰਦੇ ਹਨ, ਉਹ ਲੋਕ ਜਿਹੜੇ ਨੇ, ਕਵੀ ਨੇ ਉਹਨਾਂ ਨੂੰ ਕੁੱਤਾ ਕਹਿ ਕੇ ਤਿਰਸਕਾਰਿਆ ਹੈ, ਜਿਹੜੇ ਜਨਤਾ ਨੂੰ ਆਪਸ ਦੇ ਵਿੱਚ ਆਪਣੇ ਮਤਲਬ ਦੇ ਲਈ ਜਨਤਾ ਨੂੰ ਆਪਸ ਦੇ ਵਿੱਚ ਲੜਾਉਂਦੇ ਹਨ। ਕੌਣ ਗਿਰਝਾਂ ਦਾ ਪੁਕਾਰੀ, ਗਿਰਝਾਂ ਜੋ ਕਿ ਮਰੇ ਜਾਨਵਰ ਖਾਂਦੀਆਂ ਹਨ। ਠੀਕ ਇਸੇ ਤਰ੍ਹਾਂ ਇਸ ਸਮਾਜ ਰੂਪੀ ਜੰਗਲ ਦੇ ਵਿੱਚ ਜਾਂ ਸਮਾਜ ਰੂਪੀ ਰੁੱਖ ਦੇ ਉੱਤੇ ਕੌਣ ਅਜਿਹੇ ਲੋਕ ਹਨ, ਅਜਿਹੀਆਂ ਸ਼ਕਤੀਆਂ ਹਨ ਜੋ ਕਿ ਗਿਰਝਾਂ ਨੂੰ ਪਾਲਦੀਆਂ ਹਨ, ਗਿਰਝਾਂ ਪੈਦਾ ਕਰਦੀਆਂ ਹਨ। ਕਿਉਂਕਿ ਸਮਾਜ ਦੇ ਵਿੱਚ ਦੰਗੇ ਫਸਾਦ ਕਰਾ ਕੇ ਜ਼ਿਆਦਾ ਜੋ ਲੋਕਾਂ ਦਾ ਨੁਕਸਾਨ ਕਰਾਉਣਾ, ਜਨਤਾ ਦਾ ਘਾਣ ਕਰਾਉਣਾ ਔਰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਲੋਕਾਂ ਦੇ ਵਿੱਚ ਨਫ਼ਰਤ ਫੈਲਾ ਕੇ ਆਪਣੀਆਂ ਕੁਰਸੀਆਂ ਦੇ ਲਾਲਚ ਦੇ ਲਈ, ਕੁਰਸੀਆਂ ਬਚਾਉਣ ਦੇ ਲਈ ਜੋ ਅਜਿਹਾ ਕਰਦੇ ਹਨ, ਉਹ ਸ਼ਕਤੀਆਂ ਕਿਹੜੀਆਂ ਹਨ, ਕੌਣ ਹਨ, ਜਨਤਾ ਨੂੰ ਇਹਨਾਂ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਵ ਜਨਤਾ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਹੱਥ ਵਿੱਚ ਰੱਖੇ ਗੁਲੇਲਾ, ਕਵੀ ਕਹਿ ਰਿਹਾ ਕਿ ਕੌਣ ਚਿੜੀਆਂ ਦਾ ਸ਼ਿਕਾਰੀ, ਕਿਹੜਾ ਹੈ ਅਜਿਹਾ ਇਸ ਸਮਾਜ ਦੇ ਵਿੱਚ ਜੋ ਸਮਾਜ ਦੇ ਯਾਨੀ ਕਿ ਲੋਕ ਸਮੂਹ ਰੂਪੀ ਚਿੜੀਆਂ ਦਾ, ਜਿਵੇਂ ਚਿੜੀਆਂ ਦਾ ਚੰਬਾ ਹੁੰਦਾ ਹੈ, ਠੀਕ ਇਸੇ ਤਰ੍ਹਾਂ ਲੋਕਾਂ ਦਾ ਸਮੂਹ ਜੋ ਹੈ ਸਮਾਜ ਦੀ ਸਿਰਜਣਾ ਕਰਦਾ ਹੈ। ਠੀਕ ਇਸੇ ਤਰ੍ਹਾਂ ਕਿਹੜਾ ਹੈ ਇਸ ਸਮਾਜ ਦੇ ਵਿੱਚ ਜਿਹੜਾ ਇਹਨਾਂ ਚਿੜੀਆਂ ਦਾ ਸ਼ਿਕਾਰ ਕਰਨਾ ਚਾਹੁੰਦਾ ਹੈ, ਚਿੜੀਆਂ ਨੂੰ ਮਾਰਨਾ ਚਾਹੁੰਦਾ ਹੈ, ਜਿਸ ਦੇ ਹੱਥ ਦੇ ਵਿੱਚ ਗੁਲੇਲਾ ਹਨ। ਸ਼ੂਕ ਦੀ ਗੋਲੀ ਦੇ ਵਾਂਗਰ ਜੋ ਗੁਲੇਲਾ ਮਾਰਦਾ ਹੈ ਅਤੇ ਉਸ ਦਾ ਗੁਲੇਲਾ ਜਿਹੜਾ ਹੈ ਉਹ ਗੋਲੀ ਨਾਲੋਂ ਵੀ ਕਿਸੇ ਗੱਲੋਂ ਘੱਟ ਖਤਰਨਾਕ ਨਹੀਂ ਹੈ। ਭਾਵ ਲੋਕਾਂ ਨੂੰ ਲੜਾਉਣ ਦੇ ਲਈ ਉਹ ਹਰ ਜੋ ਹੈ ਢੰਗ ਤਰੀਕਾ ਨਜਾਇਜ਼ ਵਰਤ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਦਾ ਹੈ। ਉਹ ਸ਼ਖਸ ਕੌਣ ਹੈ, ਇਸ ਦੀ ਪਛਾਣ ਹੋਣੀ ਜੋ ਹੈ ਬਹੁਤ ਜ਼ਰੂਰੀ ਹੈ। ਜਨਤਾ ਨੂੰ ਇਸ ਦੇ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਅੱਜ ਜੇ ਚਿੱਟੀ 'ਤੇ ਇੱਕ ਪੱਥਰ ਵੱਜ ਸਕਦਾ ਹੈ, ਭਾਵ ਜੇ ਕਿਸੇ ਇੱਕ ਧਰਮ ਜਾਂ ਜਾਤ ਦੇ ਮਨੁੱਖ ਦਾ ਜੋ ਹੈ ਸ਼ੋਸ਼ਣ ਹੋ ਰਿਹਾ ਹੈ ਤਾਂ ਦੂਸਰੇ ਇਹ ਨਾ ਸਮਝਣ ਕਿ ਉਹ ਬਚ ਰਹੇ ਹਨ, ਕਿਉਂਕਿ ਇੱਕ ਇੱਕ ਕਰਕੇ ਸਾਰਿਆਂ ਨੂੰ ਹੀ ਇਹ ਅਤਿਆਚਾਰ ਕਰਨ ਵਾਲੀਆਂ ਸ਼ਕਤੀਆਂ ਜਿਹੜੀਆਂ ਨੇ, ਇਹ ਜ਼ਾਲਮ ਲੋਕ ਜਿਹੜੇ ਨੇ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਦਾ ਜ਼ਹਿਰ ਭਰਿਆ ਹੋਇਆ ਹੈ, ਕਾਲੀਆਂ ਵੀ ਮਾਰ ਸਕਦਾ ਏ ਨਾਗ ਜੋ ਫੁੰਕਾਰਦਾ ਹੈ, ਉਹ ਦੂਸਰੇ ਧਰਮ ਦੇ ਲੋਕਾਂ ਨੂੰ ਵੀ, ਦੂਸਰੀ ਜਾਤ ਜਾਂ ਨਸਲ ਦੇ ਲੋਕਾਂ ਨੂੰ ਵੀ ਆਪਣੀ ਜੋ ਹੈ ਹਵਸ ਦਾ ਸ਼ਿਕਾਰ ਬਣਾ ਸਕਦਾ ਹੈ। ਲਹਿ ਲਹਾਂਦੇ ਮੌਸਮਾਂ ਦੇ ਦਰਸ਼ਕਾਂ ਨੂੰ ਕੌਣ ਆਖੇ, ਕਵੀ ਕਹਿ ਰਿਹਾ ਹੈ ਕਿ ਜੋ ਲਹਿ ਲਹਾਂਦੇ ਮੌਸਮਾਂ ਦੇ ਦਰਸ਼ਕ, ਭਾਵ ਜੋ ਦਰਸ਼ਕ ਵਾਂਗ ਦੇਖਦੇ ਹਨ ਜਨਤਾ ਦੇ ਨਾਲ ਅਨਿਆਂ ਹੁੰਦਿਆਂ, ਜਨਤਾ ਦਾ ਘਾਣ ਹੁੰਦਿਆਂ, ਔਰ ਉਹਨਾਂ ਸ਼ਕਤੀਆਂ ਦਾ ਵੀ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਜਿਹੜੀਆਂ ਜਨਤਾ ਦਾ ਸ਼ੋਸ਼ਣ ਕਰਦੀਆਂ ਹਨ, ਪਰ ਉਹਨਾਂ ਨੂੰ ਰੋਕਦੀਆਂ ਨਹੀਂ। ਕਿਉਂਕਿ ਉਹਨਾਂ ਦੇ ਆਪਣੇ ਸਵਾਰਥ ਜਿਹੜੇ ਨੇ ਉਹ ਵੀ ਇਸੇ ਵਿੱਚ ਹੀ ਨਿਹਿਤ ਹੁੰਦੇ ਨੇ। ਕਵੀ ਕਹਿ ਰਿਹਾ ਹੈ ਕਿ ਚਿੜੀ ਦੇ ਠੁੰਗੇ ਫਲਾਂ ਦੇ ਆਸ਼ਕਾਂ ਨੂੰ ਕੌਣ ਬੋਲੇ, ਕਿਉਂਕਿ ਇਹ ਲੋਕ ਤਾਂ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਉਹ ਹੜੱਪਣ ਵਾਲੇ ਹਨ ਅਤੇ ਇਹ ਖੁਦ ਇਸੇ ਇੰਤਜ਼ਾਰ ਵਿੱਚ ਹਨ ਕਿ ਕਦੋਂ ਦੇਸ਼ ਦੇ ਲੋਕ ਜਿਹੜੇ ਨੇ ਆਪਸ ਦੇ ਵਿੱਚ ਧਰਮ, ਜਾਤ, ਨਸਲ ਦੇ ਆਧਾਰ 'ਤੇ ਲੜਦੇ ਰਹਿਣ ਔਰ ਇਸ ਸਦਕਾ ਜੋ ਹੈ ਉਹਨਾਂ ਦੇ ਆਪਣੇ ਹੱਕ ਖੁਦ ਦੇ ਸੁਰੱਖਿਅਤ ਰਹਿਣ। ਔਰ ਇਹਨਾਂ ਨੂੰ ਕੌਣ ਜੋ ਹੈ ਕਹੇ, ਕਿਉਂਕਿ ਬਿੱਲੀ ਦੇ ਗਲੇ ਘੰਟੀ ਕੌਣ ਬੰਨੇ, ਕੌਣ ਇਹਨਾਂ ਨੂੰ ਕਹੇ ਕਿ ਜੋ ਅਨਿਆਂਕਾਰੀ ਸ਼ਕਤੀਆਂ ਨੇ ਉਹਨਾਂ ਨੂੰ ਰੋਕੋ, ਕਿਉਂਕਿ ਅਸਲ ਦੇ ਵਿੱਚ ਇਹ ਤਾਂ ਖੁਦ ਅਨਿਆਂ ਦੇ
ਸਮਰਥਕ ਨੇ, ਅਨਿਆਕਾਰੀਆਂ ਨੂੰ ਪੈਦਾ ਕਰਨ ਵਾਲੇ ਨੇ। ਪਲ ਰਹੇ ਕੁੱਤੇ ਨੂੰ ਮੋੜੋ, ਕਵੀ ਕਹਿ ਰਿਹਾ ਹੈ ਕਿ ਇਹਨਾਂ ਨੂੰ ਕੌਣ ਕਵੇ ਅਤੇ ਕਿਵੇਂ ਕਹੇ ਕਿ ਜੋ ਇਹ ਨਫ਼ਰਤੀ ਸਿਰ ਜਿਹੜੇ ਨੇ ਦੇਸ਼ ਦੇ ਵਿੱਚ ਨਫ਼ਰਤਾਂ ਫੈਲਾ ਰਹੇ ਨੇ, ਇਹਨਾਂ ਨਫ਼ਰਤਾਂ ਫੈਲਾਉਣ ਵਾਲੇ ਜੋ ਮਨੁੱਖ ਨੇ, ਜਿਨ੍ਹਾਂ ਨੂੰ ਕਵੀ ਨੇ ਕੁੱਤੇ ਕਹਿ ਕੇ ਸੰਬੋਧਿਤ ਕੀਤਾ ਹੈ, ਇਹਨਾਂ ਨੂੰ ਰੋਕਿਆ ਜਾਏ, ਇਹਨਾਂ ਨੂੰ ਮੋੜਿਆ ਜਾਏ ਅਤੇ ਗਿਰਜਾਂ ਦੇ ਪੁਜਾਰੀ ਨੂੰ ਪਛਾਣੋ। ਕਵੀ ਕਹਿ ਰਿਹਾ ਕਿ ਜਨਤਾ ਨੂੰ ਜੋ ਹੈ ਆਪਣੇ ਹੱਕਾਂ ਦੇ ਪ੍ਰਤੀ ਵੀ ਜਾਗਰੂਕ ਹੋਣਾ ਹੈ ਅਤੇ ਉਹਨਾਂ ਧਿਰਾਂ ਦੇ ਪ੍ਰਤੀ ਵੀ ਜਾਗਰੂਕ ਹੋਣਾ ਹੈ ਕਿ ਕੌਣ ਉਹਨਾਂ ਦਾ ਸ਼ੋਸ਼ਣ ਕਰਨ ਵਾਲੀਆਂ ਸ਼ਕਤੀਆਂ ਹਨ, ਉਹਨਾਂ ਦੇ ਪ੍ਰਤੀ ਲਾਮਬੱਧ ਵੀ ਹੋਣਾ ਹੈ। ਜਿੰਨੀ ਦੇਰ ਤੱਕ ਜੋ ਹੈ ਲੋਕ ਜਾਗਰੂਕ ਨਹੀਂ ਹੋਣਗੇ ਔਰ ਸ਼ੋਸ਼ਣਕਾਰੀ ਸ਼ਕਤੀਆਂ ਦੇ ਅੱਗੇ ਸਿਰ ਨਹੀਂ ਚੁੱਕਣਗੇ, ਉਹਨਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਇਕਜੁੱਟ ਹੋ ਕੇ ਨਹੀਂ ਕਰਨਗੇ, ਉਨੀ ਦੇਰ ਤੱਕ ਇਹ ਸ਼ੋਸ਼ਣਕਾਰੀ ਧਿਰਾਂ ਜਿਹੜੀਆਂ ਨੇ ਇੱਕ ਇੱਕ ਕਰਕੇ ਸਾਰੀਆਂ ਜੋ ਸਮਾਜ ਦੀਆਂ ਜਾਤਾਂ, ਧਰਮਾਂ ਜਾਂ ਵਰਨਾਂ ਦੇ ਲੋਕ ਨੇ ਉਹਨਾਂ ਨੂੰ ਨਿਗਲਦੇ ਜਾਣਗੇ। ਇਸ ਲਈ ਕਵੀ ਲੋਕਾਂ ਨੂੰ ਜੋ ਹੈ ਜਾਗਰੂਕ ਕਰਦਾ ਹੋਇਆ, ਪ੍ਰੇਰਿਤ ਕਰਦਾ ਹੋਇਆ ਕਹਿ ਰਿਹਾ ਹੈ ਕਿ ਇਹ ਨਾ ਸੋਚੋ ਕਿਸ ਚਿੜੀ ਦਾ ਰੰਗ ਗੋਰਾ, ਕਿਸ ਚਿੜੀ ਦਾ ਰੰਗ ਕਾਲਾ, ਪੈ ਗਿਆ ਖਤਰੇ ਦੇ ਅੰਦਰ ਸਾਰੀਆਂ ਦਾ ਚਹਿਚਹਾਣਾ, ਬੂਟਿਆਂ ਦਾ ਲਹਿਲਹਾਣਾ। ਕਿਉਂਕਿ ਇਹ ਨਾ ਸੋਚੋ ਕਿ ਅੱਜ ਜੋ ਹੈ ਇੱਕ ਤਬਕੇ ਦੇ ਉੱਤੇ ਜਾਂ ਦੇਸ਼ ਦੇ ਕਿਸੇ ਇੱਕ ਫਿਰਕੇ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਅਤੇ ਅਸੀਂ ਸੁਰੱਖਿਅਤ ਹਾਂ। ਅਸਲ ਦੇ ਵਿੱਚ ਇਹ ਸ਼ੋਸ਼ਣਕਾਰੀ ਸ਼ਕਤੀਆਂ ਜਿਹੜੀਆਂ ਨੇ ਇੱਕ ਇੱਕ ਕਰਕੇ ਸਾਰੇ ਸਮਾਜ ਨੂੰ ਨਿਗਲ ਜਾਣਾ ਚਾਹੁੰਦੀਆਂ ਹਨ। ਇਹ ਅੱਜ ਜੇਕਰ ਇੱਕ ਧਿਰ 'ਤੇ ਜ਼ੁਲਮ ਹੋ ਰਿਹਾ ਹੈ ਅਤੇ ਸਾਰਿਆਂ ਦਾ ਉਸ ਦੇ ਨਾਲ ਖੜਨਾ, ਅੜਨਾ ਅਤੇ ਜੋ ਹੈ ਬਦੀ ਦਾ ਸਾਹਮਣਾ ਕਰਨਾ ਬਹੁਤ ਜ਼ਰੂਰੀ ਹੈ। ਨੇਕੀ ਦੀ ਜਿੱਤ ਤਾਂ ਹੀ ਹੋਵੇਗੀ, ਕਿਉਂਕਿ ਇਹ ਨਾ ਸੋਚੋ ਕਿਸ ਚਿੜੀ ਦਾ ਰੰਗ ਗੋਰਾ, ਕਿਸ ਚਿੜੀ ਦਾ ਰੰਗ ਕਾਲਾ, ਪੈ ਗਿਆ ਖਤਰੇ ਦੇ ਅੰਦਰ ਸਾਰੀਆਂ ਦਾ ਚਹਿਚਹਾਣਾ। ਅਸਲ ਦੇ ਵਿੱਚ ਇਸ ਵਕਤ ਦੇਸ਼ ਦੁਨੀਆ ਦੇ ਵਿੱਚ ਕੋਈ ਵੀ ਮਨੁੱਖ ਜਿਹੜਾ ਹੈ ਉਹ ਸੁਰੱਖਿਅਤ ਨਹੀਂ ਹੈ, ਸਾਰੇ ਹੀ ਖਤਰੇ ਦੇ ਵਿੱਚ ਹਨ। ਕਿਉਂਕਿ ਜੋ ਹਾਕਮ ਧਿਰਾਂ ਹਨ ਉਹ ਜੋ ਤਾਨਾਸ਼ਾਹੀ ਪ੍ਰਵਿਰਤੀਆਂ ਦੀਆਂ ਮਾਲਕ ਹੁੰਦੀਆਂ ਜਾ ਰਹੀਆਂ ਹਨ ਔਰ ਜੋ ਧਨਾੜ ਹਨ ਉਹਨਾਂ ਦੇ ਹੱਕਾਂ ਨੂੰ ਬਚਾਉਣਾ ਹੀ ਉਹਨਾਂ ਦਾ ਇੱਕੋ ਇੱਕ ਮਕਸਦ ਰਹਿ ਗਿਆ ਹੈ। ਉਹਨਾਂ ਨੂੰ ਜੋ ਹੈ ਫਾਇਦਾ ਪਹੁੰਚਾਉਣਾ ਹੀ ਉਹਨਾਂ ਦਾ ਮਕਸਦ ਰਹਿ ਗਿਆ ਹੈ। ਇਸ ਦੇ ਬਦਲੇ ਭਾਵੇਂ ਉਹਨਾਂ ਨੂੰ ਸਾਰੇ ਸਮਾਜ ਦੀ ਬਲੀ ਦੇਣੀ ਪਵੇ। ਇਸ ਲਈ ਕਵੀ ਕਹਿ ਰਿਹਾ ਹੈ ਕਿ ਚਿੜੀਆਂ ਦੇ ਪ੍ਰਤੀਕ ਜੋ ਲੋਕ ਹਨ ਉਹਨਾਂ ਨੂੰ ਜੋ ਹੈ ਭਾਵੇਂ ਉਹ ਨਿਰਬਲ ਹਨ, ਪਰ ਜਦੋਂ ਏਕੇ ਦੀ ਸ਼ਕਤੀ ਦੇ ਵਿੱਚ ਇਕਜੁੱਟ ਹੋ ਕੇ ਇਹਨਾਂ ਤਾਕਤਾਂ ਦਾ, ਵਿਰੋਧੀ ਸ਼ਕਤੀਆਂ ਦਾ ਸਾਹਮਣਾ ਕਰਨਗੇ ਅਤੇ ਇਹਨਾਂ ਨੂੰ ਪਛਾੜਨ ਦੇ ਵਿੱਚ ਕਾਮਯਾਬ ਹੋ ਜਾਣਗੇ। ਉਮੀਦ ਹੈ ਕਿ ਇਹ ਕਵਿਤਾ ਵਿਦਿਆਰਥੀਆਂ ਨੂੰ ਜੋ ਹੈ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ ਔਰ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਕੋਸ਼ਿਸ਼ ਕਰੋ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਨੇ ਤੁਹਾਡੇ ਤੱਕ ਲਗਾਤਾਰ ਪੁੱਜਦੀਆਂ ਰਹਿਣ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ, ਧੰਨਵਾਦ।